ਸਾਹਿਬ ਜੀਓ ਧੰਨ 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 ਜਨ ਆਇਆ। ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਭਾਉ। ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਨਮ ਮਰਨ ਦੁਹੁ ਮੈਂ ਨਾਹੀ। ਜਨ ਪਰ ਉਪਕਾਰੀ ਆਏ। ਜੀਅ ਦਾਨ ਦੇ ਭਗਤੀ ਲਾਇਨ। ਹਰਿ ਸਿਉ ਲੈਣ ਮਿਲਾਏ। ਬੇਸ਼ੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਆਪੇ ਆਪ ਉਪਾਇ ਨਿਰਾਲਾ। ਸਾਚਾ ਥਾਨ ਕੀਓ ਦਇਆਲਾ। ਪੌਣ ਪਾਣੀ ਅਗਨੀ ਕਾ ਬੰਧਨ। ਕਾਇਆ ਕੂਟ ਰਚਾਇਂਦਾ। ਨੌ ਕਰ ਥਾਪੇ ਥਾਪਣ ਹਾਰੈ। ਦਸਵੇਂ ਵਾਸਾ ਅਲਖ ਅਪਾਰੈ। ਸਾਇਰ ਸਪਤ ਭਰੀ ਜਲ ਨਿਰਮਲ। ਗੁਰਮੁਖ ਮੈਲ ਨਾ ਲਾਇਂਦਾ। ਆਪੇ ਆਪ ਉਪਾਇ ਨਿਰਾਲਾ। ਸਾਚਾ ਥਾਨ ਕੀਓ ਦਇਆਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸੰਗਤਾਂ ਵਡਭਾਗੀ ਹੋ। ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੰਧਿਆ ਦੇ ਦੀਵਾਨ ਵਿੱਚ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ
ਇਲਾਹੀ ਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਹੁਣ ਜਿੱਥੇ ਆਪ ਸੰਗਤਾਂ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਨਾਲ ਦੀ ਨਾਲ ਅੱਜ ਇੱਕ ਇਤਿਹਾਸਕ ਦਿਹਾੜਾ ਵੀ ਹੈ। ਪੰਥ ਮਾਤਾ ਸਾਡੇ ਪੂਜਨੀਕ ਨਾਮ ਬਾਣੀ ਦੇ ਰਸੀਏ ਪਵਿੱਤਰ ਆਤਮਾ ਪਰਉਪਕਾਰੀ ਉਹਨਾਂ ਦਾ ਆਗਮਨ ਦਿਹਾੜਾ ਹੈ। ਅੱਜ ਦੇ ਦਿਨ ਪ੍ਰਸਿੱਧ ਨਗਰ ਰੋਹਤਾਸ ਵਿਖੇ, ਜੋ ਜ਼ਿਲ੍ਹਾ ਜੇਹਲਮ ਪਾਕਿਸਤਾਨ ਦੇ ਅੰਦਰ ਹੈ, ਉਸ ਨਗਰ ਵਿੱਚ ਅਤੀ ਸਤਿਕਾਰਯੋਗ ਪਿਤਾ ਭਾਈ ਰਾਮੂ ਜੀ ਬਸੀ, ਜਿਨ੍ਹਾਂ ਦਾ ਗੋਤ ਸੀ, ਅਤੇ ਮਾਤਾ ਜਸਦੇਵੀ ਜੀ, ਉਹਨਾਂ ਦੇ ਗ੍ਰਹਿ ਵਿਖੇ 18 ਕੱਤਕ ਸੰਨ 1681 ਨੂੰ ਉਹਨਾਂ ਨੇ ਆਗਮਨ ਕੀਤਾ। 1700 ਦੇ ਕਰੀਬ ਉਹਨਾਂ ਦਾ ਕਲਗੀਧਰ ਪਾਤਸ਼ਾਹ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹਜ਼ੂਰ ਦੇ ਨਾਲ ਆਨੰਦ ਕਾਰਜ ਹੋਏ। ਇਤਿਹਾਸ ਦੇ ਮੁਤਾਬਕ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਦੇ ਦੋ ਪਹਿਲਾਂ ਵੀ ਆਨੰਦ ਕਾਰਜ ਹੋ ਚੁੱਕੇ ਸਨ। ਮਾਤਾ ਜੀਤੋ ਜੀ, ਜਿਨ੍ਹਾਂ ਦਾ ਅੰਮ੍ਰਿਤ ਛਕ ਕੇ ਮਾਤਾ ਅਜੀਤ ਕੌਰ ਜੀ ਨਾਮ ਹੋਇਆ, ਤੇ ਮਾਤਾ ਸੁੰਦਰੀ ਜੀ ਅੰਮ੍ਰਿਤ ਛਕ ਕੇ ਮਾਤਾ ਸੁੰਦਰ ਕੌਰ ਜੀ ਬਣੇ। ਉਹ ਸਤਿਗੁਰੂ ਦੇ ਮਹਿਲ ਸਨ। ਪਰ ਜਦੋਂ ਪੰਥ ਮਾਤਾ ਮਾਤਾ ਸਾਹਿਬ ਕੌਰ ਜੀ ਪਰਿਵਾਰ ਸਮੇਤ, ਸੰਗਤਾਂ ਸਮੇਤ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ, ਪਰਿਵਾਰ ਨੇ ਤੇ ਸੰਗਤਾਂ ਨੇ ਹਜ਼ੂਰ ਦੇ ਚਰਨਾਂ ਦੇ ਵਿੱਚ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ, ਮਹਾਰਾਜ ਇਹ ਮਾਤਾ ਜੀ ਜਨਮ ਤੋਂ ਹੀ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਰਹੇ, ਔਰ ਇਹਨਾਂ ਤੇ ਇੰਨੀ ਵਾਹਿਗੁਰੂ ਦੀ ਕਿਰਪਾ ਸੀ, ਇਹਨਾਂ ਨੇ ਜਦ ਤੋਂ ਹੋਸ਼ ਸੰਭਾਲੀ, ਗੁਰ ਮੰਤਰ ਲਿਆ, ਵਾਹਿਗੁਰੂ ਮੰਤਰ, ਮੂਲ ਮੰਤਰ ਦਾ ਅਭਿਆਸ ਕੀਤਾ। ਕਾਫੀ ਸਮਾਂ ਸਮਾਧੀ ਵਿੱਚ, ਧਿਆਨ ਵਿੱਚ ਹੀ ਲੀਨ ਰਹਿੰਦੇ। ਇਹਨਾਂ ਨੂੰ ਪਰਿਵਾਰ ਨੇ ਆਖਿਆ, ਤੁਹਾਡਾ ਆਨੰਦ ਕਾਰਜ ਕਰ ਦਈਏ,
ਪਰ ਇਹ ਕਹਿਣ ਲੱਗੇ, ਮੇਰੇ ਪਤੀ ਪਰਮੇਸ਼ਰ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਨੇ। ਮੈਂ ਉਹਨਾਂ ਤੋਂ ਬਿਨਾਂ ਹੋਰ ਕਿਸੇ ਨਾਲ ਦੁਨਿਆਵੀ ਰਿਸ਼ਤਾ ਨਹੀਂ ਬਣਾਉਣਾ। ਇਹਨਾਂ ਦੇ ਮਨ ਦੇ ਅੰਦਰ ਕੋਈ ਦੁਨਿਆਵੀ ਖਾਹਿਸ਼ ਵੀ ਨਹੀਂ ਹੈ, ਕੋਈ ਵਾਸ਼ਨਾ ਵੀ ਨਹੀਂ ਹੈ। ਬਸ ਇਹਨਾਂ ਦਾ ਇੱਕੋ ਹੀ ਸੰਕਲਪ ਹੈ, ਇਹ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਸਿਰਫ ਸੇਵਾ ਕਰਨੀ ਚਾਹੁੰਦੇ ਨੇ, ਸੰਗਤ ਕਰਨੀ ਚਾਹੁੰਦੇ ਨੇ। ਸੇਵਾ ਤੇ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੁੰਦੇ ਹਨ। ਤਾਂ ਕਲਗੀਧਰ ਪਾਤਸ਼ਾਹ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਨਾਲ ਹੀ ਇਹ ਬਚਨ ਵੀ ਕਹਿ ਦਿੱਤਾ, ਠੀਕ ਹੈ, ਗੁਰਮਰਜ਼ਾਦਾ ਅਨੁਸਾਰ ਇਹਨਾਂ ਦੇ ਨਾਲ ਅਸੀਂ ਆਨੰਦ ਕਾਰਜ ਕਰਾਂਗੇ, ਪਰ ਅਸੀਂ ਇਹਨਾਂ ਦੇ ਨਾਲ ਕੋਈ ਸਰੀਰਕ ਸੰਬੰਧ ਨਹੀਂ ਕਾਇਮ ਕਰਨਾ। ਕਿਉਂ? ਹੁਣ ਤੱਕ ਮਾਤਾ ਸਾਹਿਬ ਕੌਰ ਜੀ ਨੂੰ ਕੁਆਰਾ ਡੋਲਾ ਇਤਿਹਾਸ ਵਿੱਚ ਲਿਖਿਆ, ਕੁਆਰਾ ਡੋਲਾ। ਇਹਦਾ ਮਤਲਬ ਇਹ ਸੀ ਉਹ ਗੁਰੂ ਘਰ ਵਿੱਚ ਰਹੇ, ਸੇਵਾ ਕੀਤੀ। ਇੱਕ ਇਤਿਹਾਸਕ ਘਟਨਾ ਦਾ ਜ਼ਿਕਰ ਆਉਂਦਾ ਹੈ, ਜਦੋਂ ਪੰਥ ਮਾਤਾ ਸਾਹਿਬ ਕੌਰ ਜੀ ਗੁਰੂ ਕੇ ਮਹਿਲਾਂ ਵਿੱਚ ਰਹਿੰਦੇ ਸਨ। ਜਿਹੜੇ ਗੁਰੂ ਮਹਾਰਾਜ ਦੇ ਦੂਸਰੇ ਮਹਿਲ ਸਨ, ਉਹਨਾਂ ਦੇ ਘਰੇ ਸੰਤਾਨ ਹੋਈ, 4 ਸਾਹਿਬਜ਼ਾਦੇ। ਸਾਹਿਬਜ਼ਾਦਾ ਅਜੀਤ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਦੇ ਫਰਜ਼ੰਦ ਸਨ ਤੇ ਬਾਕੀ 3 ਸਾਹਿਬਜ਼ਾਦੇ ਮਾਤਾ ਅਜੀਤ ਕੌਰ ਜੀ ਦੀ ਸੰਤਾਨ ਸਨ। ਉਹਨਾਂ ਨੂੰ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਇੱਕ ਦਿਨ ਖਿਆਲ ਆਇਆ, ਚੌਜੀ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ, ਦੂਜੇ ਮਹਿਲਾਂ ਦੇ ਘਰ ਦੇ ਵਿੱਚ ਤੁਸਾਂ ਸਾਹਿਬਜ਼ਾਦੇ ਬਖਸ਼ਿਸ਼ ਕੀਤੇ ਨੇ ਤੇ ਮੇਰੀ ਝੋਲੀ ਵਿੱਚ ਵੀ ਲਾਲ ਦਾ ਦਾਨ ਬਖਸ਼ਿਸ਼ ਕਰੋ। ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਤੁਹਾਡੀ ਝੋਲੀ ਵਿੱਚ ਅਸੀਂ ਆਪਣਾ ਨਾਦੀ ਪੁੱਤਰ ਖਾਲਸਾ ਪੰਥ ਪਾਵਾਂਗੇ। ਤੁਸੀਂ ਪੰਥ ਦੇ ਮਾਤਾ ਹੋਵੋਗੇ, ਖਾਲਸਾ ਪੰਥ ਤੁਹਾਡਾ ਪੁੱਤਰ ਹੋਵੇਗਾ। ਤੇ ਨਾਲ ਇਹ ਵੀ ਯਾਦ ਰੱਖਿਓ, ਖਾਲਸਾ ਸਾਡਾ ਅਮਰ ਪੁੱਤਰ ਹੈ। ਹੁਣ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਇਹਨਾਂ ਬਚਨਾਂ ਦੇ ਵਿੱਚ ਇੱਕ ਬਹੁਤ ਵੱਡੀ ਬਰਕਤ ਹੈ। ਹੁਣ ਜਿਹੜੇ ਗੁਰੂ ਮਹਾਰਾਜ ਦੇ 4 ਸਾਹਿਬਜ਼ਾਦੇ ਸਨ, ਉਹਨਾਂ ਨੂੰ ਹਜ਼ੂਰ ਨੇ ਧਰਮ ਦੇ ਲੇਖੇ ਲਾ ਦਿੱਤਾ, ਕੌਮ ਦੇ ਪੰਥ ਦੇ ਲੇਖੇ ਲਾ ਦਿੱਤਾ, ਔਰ ਉਹ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਏ। ਪਰ ਜੋ ਗੁਰੂ ਦਾ ਨਾਦੀ ਪੁੱਤਰ ਖਾਲਸਾ ਹੈ, ਉਹਨੂੰ ਸਤਿਗੁਰੂ ਨੇ ਆਖਿਆ ਸੀ, ਇਹ ਅਮਰ ਪੁੱਤਰ ਹੋਵੇਗਾ ਜੋ ਤੁਹਾਡੀ ਝੋਲੀ ਵਿੱਚ ਪਾਇਆ। ਕੋਈ ਦੁਨੀਆ ਦੀ ਤਾਕਤ ਉਸ ਨੂੰ ਖਤਮ ਨਹੀਂ ਕਰ ਸਕੇਗੀ। ਜਦ ਤੱਕ ਚੰਦਰਮਾ ਤੇ ਸੂਰਜ ਧਰਤੀ ਤੇ ਅਸਮਾਨ ਰਹਿਣਗੇ, ਕਲਗੀਧਰ ਪਾਤਸ਼ਾਹ ਦਾ ਨਾਦੀ ਪੁੱਤਰ ਖਾਲਸਾ ਹਮੇਸ਼ਾ ਲਈ ਅਮਰ ਹੈ ਤੇ ਅਮਰ ਰਹੇਗਾ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਨੇ। ਇੱਕ ਵਾਰ
ਜਦੋਂ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਿਆ ਹੋਇਆ ਸੀ, ਖਾਲਸਾ ਪੰਥ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਹੁਣ ਤੇ ਗਿਣਤੀ ਦੇ ਸਿੰਘ ਹੀ ਰਹਿ ਗਏ ਨੇ। ਜਦੋਂ ਗੁਰੂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਕੁਝ ਗਿਣਤੀ ਦੇ ਸਿੰਘ ਹੀ ਸਨ, 700 ਦੇ ਕਰੀਬ। ਉਸ ਵੇਲੇ ਗਿਣਤੀ ਦੱਸੀ ਗਈ ਤੇ ਚਮਕੌਰ ਸਾਹਿਬ ਜਾਂਦਿਆਂ 40 ਰਹਿ ਗਏ। ਰਸਤੇ ਵਿੱਚ ਜੰਗ ਜੁੱਧ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਲਈਆਂ। ਹੁਣ ਖਾਲਸੇ ਨੇ ਆਖਿਆ, ਸੱਚੇ ਪਾਤਸ਼ਾਹ ਹੁਣ ਤੇ ਖਾਲਸੇ ਦਾ ਪੱਤਾ ਪੱਤਾ ਵੈਰੀ ਹੋ ਗਿਆ, ਕਿਧਰੇ ਐਸਾ ਨਾ ਹੋਵੇ ਚਮਕੌਰ ਸਾਹਿਬ ਜੀ ਦੇ ਜੰਗ ਦੇ ਵਿੱਚ ਤੁਹਾਡਾ ਨਾਦੀ ਪੁੱਤਰ ਖਾਲਸਾ ਪੰਥ ਹਮੇਸ਼ਾ ਲਈ ਨੇਸ ਤੋਂ ਨਾਬੂਦ ਹੋ ਜਾਵੇ। ਤਾਂ ਕਲਗੀਧਰ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਸੀ, ਖਾਲਸਾ ਸਾਡਾ ਅਮਰ ਪੁੱਤਰ ਹੈ, ਇਹ ਕਦੀ ਮਾਰਿਆਂ ਵੀ ਮਰ ਨਹੀਂ ਸਕੇਗਾ। ਤੇ ਜਿਹੜਾ ਸਾਡੇ ਪੁੱਤਰ ਨੂੰ, ਖਾਲਸਾ ਨਾਦੀ ਪੁੱਤਰ ਨੂੰ ਮਾਰਨਾ ਚਾਹੇਗਾ, ਉਹ ਖੁਦ ਹੀ ਦੁਨੀਆ ਤੋਂ ਖਤਮ ਹੋ ਜਾਵੇਗਾ, ਪਰ ਖਾਲਸਾ ਹਮੇਸ਼ਾ ਲਈ ਕਾਇਮ ਰਹੇਗਾ। ਹੁਣ ਉਹ ਖਾਲਸਾ ਪੰਥ ਜੋ ਗੁਰੂ ਦਾ ਨਾਦੀ ਪੁੱਤਰ ਹੈ, ਉਹਨਾਂ ਦੀ ਪੂਜਨੀਕ ਮਾਤਾ ਸਾਹਿਬ ਕੌਰ ਜੀ ਦਾ ਅੱਜ ਬਰਥਡੇ ਹੈ, ਆਗਮਨ ਦਿਹਾੜਾ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਮੈਂ ਬੇਨਤੀ ਕਰਾਂ, ਇਤਿਹਾਸ ਦੇ ਮੁਤਾਬਕ 1681 ਨੂੰ ਮਾਤਾ ਜੀ ਦਾ ਆਗਮਨ ਹੋਇਆ। 19 ਸਾਲ ਦੀ ਉਮਰ ਦੇ ਵਿੱਚ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹੋਏ, ਆਨੰਦ ਕਾਰਜ ਹੋਇਆ। ਤੇ ਫਿਰ ਜਦੋਂ ਕਲਗੀਧਰ ਪਾਤਸ਼ਾਹ ਦੱਖਣ ਦੀ ਯਾਤਰਾ ਲਈ ਗਏ ਨੇ, ਉਸ ਵੇਲੇ ਵੀ ਮਾਤਾ ਸਾਹਿਬ ਕੌਰ ਜੀ ਗੁਰੂ ਮਹਾਰਾਜ ਦੇ ਨਾਲ ਗਏ ਸਨ ਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਵਿੱਚ ਰਹੇ। ਦਿੱਲੀ ਦੇ ਸਿੱਖਾਂ ਨੇ ਆਖਿਆ ਕਿ ਅਸੀਂ ਮਾਤਾ ਜੀ ਦੀ ਸੇਵਾ ਕਰਾਂਗੇ। ਤੇ ਜਦੋਂ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੱਚਖੰਡ ਪਿਆਨਾ ਕਰਨਾ ਸੀ, ਉਸ ਵੇਲੇ ਭਾਈ ਮਨੀ ਸਿੰਘ ਜੀ ਨੂੰ ਕਹਿ ਕੇ ਪੰਥ ਮਾਤਾ ਸਾਹਿਬ ਕੌਰ ਜੀ ਨੂੰ ਆਖਿਆ, ਹੁਣ ਅਸੀਂ ਕੌਤਕ ਵਰਤਾਉਣਾ। ਇਹ ਇੱਕ ਅਲੌਕਿਕ ਸ਼ਬਦ ਸੀ, ਕੌਤਕ ਵਰਤਾਉਣਾ। ਇਹਦਾ ਮਤਲਬ ਅਸੀਂ ਹੁਣ ਸੱਚਖੰਡ ਪਿਆਨਾ ਕਰਨਾ ਤੇ ਤੁਸੀਂ ਦੂਸਰੇ ਮਹਿਲ ਮਾਤਾ ਸੁੰਦਰ ਕੌਰ ਜੀ ਉਹਨਾਂ ਦੇ ਕੋਲ ਹੀ ਚਲੇ ਜਾਓ ਤੇ ਸੰਗਤਾਂ ਉੱਥੇ ਸੇਵਾ ਕਰਨਗੀਆਂ। ਹੁਣ ਜਦੋਂ ਆਪਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਂਦੇ ਹਾਂ, ਹੁਣ ਉੱਥੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ, ਹੀਰਾ ਘਾਟ ਦੇ ਨੇੜੇ। ਉੱਥੇ ਮਾਤਾ ਜੀ ਰਹਿੰਦੇ ਸਨ ਤੇ ਕਲਗੀਧਰ ਪਾਤਸ਼ਾਹ ਹੀਰਾ ਘਾਟ ਰਹਿੰਦੇ ਸਨ। ਤੇ ਲੰਗਰ ਛਕਣ ਵਾਸਤੇ ਮਾਤਾ ਸਾਹਿਬ ਕੌਰ ਜੀ ਬੜੇ ਪ੍ਰੇਮ ਦੇ ਨਾਲ ਲੰਗਰ ਤਿਆਰ ਕਰਦੇ ਸਨ ਤੇ ਹਜ਼ੂਰ ਉਹਨਾਂ ਦੇ ਹੱਥ ਦਾ ਪੱਕਿਆ ਹੋਇਆ ਲੰਗਰ ਛਕਦੇ ਸਨ। ਮਾਤਾ ਸਾਹਿਬ ਕੌਰ ਜੀ ਦਾ ਇਹ ਇੱਕ ਨਿਯਮ ਸੀ, ਉਹ ਸਤਿਗੁਰੂ ਦੇ ਦਰਸ਼ਨ ਕੀਤੇ ਬਿਨਾ ਤੇ ਸਤਿਗੁਰੂ ਨੂੰ ਭੋਜਨ ਛਕਾਏ ਤੋਂ ਬਿਨਾ ਆਪ ਕਦੀ ਅੰਨ ਪਾਣੀ ਨਹੀਂ ਸੀ ਛਕਦੇ। ਇਹ ਉਹਨਾਂ ਦਾ ਨਿਯਮ ਸੀ। ਸਤਿਗੁਰੂ ਦੇ ਦੀਦਾਰ ਕਰਕੇ ਸਤਿਗੁਰੂ ਨੂੰ ਛਕਾ ਕੇ ਫੇਰ ਛਕਦੇ ਸਨ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਤੇ ਫਿਰ ਜਦੋਂ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਦਿੱਲੀ ਜਾਣ ਦੇ ਲਈ ਆਖਿਆ, ਮਾਤਾ ਸਾਹਿਬ ਕੌਰ ਜੀ ਨੇ ਹੱਥ ਜੋੜੇ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰਾ ਨਿਯਮ ਹੈ, ਮੈਂ ਆਪ ਜੀ ਦੇ ਦਰਸ਼ਨ ਕੀਤੇ ਬਿਨਾ ਭੋਜਨ ਨਹੀਂ ਛਕ ਸਕਦੀ। ਤੁਸੀਂ ਮੈਨੂੰ ਹੁਣ ਦਿੱਲੀ ਭੇਜ ਰਹੇ ਹੋ, ਮੇਰਾ ਉਹ ਨਿਯਮ ਕਿਵੇਂ ਪੂਰਾ ਹੋਵੇਗਾ? ਮੈਂ ਤੇ ਭੁੱਖੀ ਮਰ ਜਾਵਾਂਗੀ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾ ਕੁਝ ਵੀ ਨਹੀਂ ਗ੍ਰਹਿਣ ਕਰ ਸਕਦੀ। ਤਾਂ ਉਸ ਵੇਲੇ
ਬਾਦਸ਼ਾਹ ਦਰਵੇਸ਼ ਸਾਹਿਬ ਕਮਾਲ ਨੇ ਬਚਨ ਕੀਤਾ ਸੀ, ਮਾਤਾ ਜੀ ਆਹ ਤੁਹਾਨੂੰ ਅਸੀਂ ਸ਼ਸਤਰ ਦੇਣੇ ਆ, ਇਹਨਾਂ ਨੂੰ ਸਾਡਾ ਰੂਪ ਸਮਝਣਾ। ਖਾਲਸਾ ਪੰਥ ਵਿੱਚ ਜਿੱਥੇ ਬਾਣੀ ਨੂੰ ਗੁਰੂ ਆਖਿਆ ਜਾਂਦਾ ਹੈ, ਗੁਰੂ ਜਾਣ ਕੇ ਸਤਿਕਾਰ ਕੀਤਾ ਜਾਂਦਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਉੱਥੇ ਸ਼ਾਸਤਰਾਂ ਨੂੰ ਵੀ ਪੀਰ ਦਾ ਰੁਤਬਾ ਦਿੱਤਾ ਗਿਆ। ਕਲਗੀਧਰ ਪਾਤਸ਼ਾਹ ਦੀ ਬਾਣੀ ਪੜ੍ਹੋ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਆਰ ਤੀਰ, ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਇਹ ਸ਼ਸਤਰ ਸਾਡੇ ਪੀਰ ਨੇ। ਗੁਰੂ ਮਹਾਰਾਜ ਨੇ ਮਾਤਾ ਸਾਹਿਬ ਕੌਰ ਜੀ ਨੂੰ ਸ਼ਸਤਰ ਦਿੱਤੇ ਤੇ ਕਹਿਣ ਲੱਗੇ, ਤੁਸੀਂ ਇਹਨਾਂ ਨੂੰ ਸਾਡਾ ਰੂਪ ਸਮਝਣਾ, ਤੁਸੀਂ ਇਹਨਾਂ ਨੂੰ ਨਾਲ ਲੈ ਜਾਓ, ਜਿੱਥੇ ਤੁਸੀਂ ਜਾ ਕੇ ਨਿਵਾਸ ਕਰੋਗੇ, ਇੱਕ ਵੱਖਰੇ ਕਮਰੇ ਦੇ ਵਿੱਚ ਤੁਸੀਂ ਪਲੰਘ ਦੇ ਉੱਤੇ ਸੋਹਣੀ ਵਿਛਾਈ ਕਰਕੇ ਇਹਨਾਂ ਸ਼ਾਸਤਰਾਂ ਨੂੰ ਸਜਾਉਣਾ, ਇਹਨਾਂ ਦਾ ਸਤਿਕਾਰ ਕਰਨਾ, ਤੇ ਤੁਸੀਂ ਸ਼ਾਸਤਰਾਂ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਸਿਮਰਨ ਤੇ ਬਾਣੀ ਦਾ ਨਿਤਨੇਮ ਕਰਨਾ, ਤੇ ਤੁਸੀਂ ਸ਼ਾਸਤਰਾਂ ਦੇ ਦਰਸ਼ਨ ਕਰੋਗੇ ਤੇ ਨਾਮ ਬਾਣੀ ਦਾ ਅਭਿਆਸ ਕਰੋਗੇ, ਤੁਹਾਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ ਤੇ ਤੁਸੀਂ ਫਿਰ ਅੰਨ ਪਾਣੀ ਗ੍ਰਹਿਣ ਕਰ ਸਕਦੇ ਹੋ। ਐਸੇ ਨੇਮੀ ਪ੍ਰੇਮੀ ਕਲਗੀਧਰ ਪਾਤਸ਼ਾਹ ਦੇ ਆਗਿਆਕਾਰੀ ਪੂਜਨੀਕ ਮਾਤਾ ਸਾਹਿਬ ਕੌਰ ਜੀ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ। ਆਪ ਸਭ ਗੁਰਸਿੱਖ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਮਹਿਲ ਸਾਡੇ ਸਤਿਕਾਰਯੋਗ ਪੰਥ ਮਾਤਾ ਸਾਹਿਬ ਕੌਰ ਜੀ ਦੇ ਆਗਮਨ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਮੈਂ ਇਹ ਵੀ ਬੇਨਤੀ ਕਰ ਦੇਵਾਂ, 66 ਸਾਲ ਦੀ ਉਮਰ ਦੇ ਵਿੱਚ ਮਾਤਾ ਸਾਹਿਬ ਕੌਰ ਜੀ ਨੇ 1747 ਦੇ ਕਰੀਬ ਦਿੱਲੀ ਵਿਖੇ ਸੱਚਖੰਡ ਪਿਆਨਾ ਕੀਤਾ, ਤੇ ਉੱਥੇ ਹੀ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਹੈ, ਉਸ ਜਗ੍ਹਾ ਤੇ ਮਾਤਾ ਜੀ ਦਾ ਅੰਤਮ ਸੰਸਕਾਰ ਹੋਇਆ ਸੀ। ਇਹ ਹੈ ਪੰਥ ਮਾਤਾ ਸਾਹਿਬ ਕੌਰ ਜੀ ਦਾ ਸੰਖੇਪ ਇਤਿਹਾਸ, ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ। ਆਪ ਸੰਗਤਾਂ ਗੁਰਬਾਣੀ ਦੀ ਕਥਾ ਸਰਵਣ ਕਰਦੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੀ ਪਠਾਇਆ, ਚਰਨ ਤੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਪੁਰਬ ਵੀ ਨੇੜੇ ਆ ਰਿਹਾ। ਕੱਲ ਨੂੰ ਬੰਦੀ ਛੋੜ ਦਿਵਸ ਹੈ, ਦੀਪਮਾਲਾ ਦਾ ਦਿਹਾੜਾ ਹੈ, ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਆ ਰਿਹਾ ਹੈ। ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਕੱਲ ਨੂੰ ਵਿਸ਼ੇਸ਼ ਦੀਵਾਨ ਸਜ ਰਹੇ ਨੇ, ਉਹਦੇ ਵਿੱਚ ਆਪਾਂ ਇਸ ਸੰਬੰਧ ਵਿੱਚ ਵਿਚਾਰਾਂ ਕਰਾਂਗੇ। ਪਰ ਹੁਣ ਆਪਾਂ ਗੁਰੂ ਬਾਬਾ ਜੀ ਦੇ ਜੋ ਬਚਨ ਨੇ, ਸਤਿਗੁਰ ਬਚਨ ਹੈ ਸਤਿਗੁਰ, ਆਦਰ ਮੁਕਤ ਜਨਾਵੈ ਗੁਰ, ਸਤਿਗੁਰੂ ਦੀ ਬਾਣੀ ਤੇ ਗੁਰੂ ਦੇ ਬਚਨ ਨੇ, ਇਹਨਾਂ ਦੀ ਆਪਾਂ ਵਿਚਾਰ ਕਰਨੀ ਹੈ। ਮਾਰੂ ਰਾਗ ਦੇ ਵਿੱਚ 16 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ। 16 ਤੋਂ ਭਾਵ ਹੈ ਜਿਨ੍ਹਾਂ ਦੀਆਂ 16 ਪੌੜੀਆਂ ਨੇ। ਜਿਵੇਂ ਗੁਰਬਾਣੀ ਵਿੱਚ 2 ਪਦੇ, 3 ਪਦੇ, 4 ਪਦੇ, 5 ਪਦੇ ਸ਼ਬਦ ਵੀ ਆਏ ਨੇ। ਫਿਰ ਅਸ਼ਟਪਦੀਆਂ ਤੋਂ ਭਾਵ ਹੁੰਦਾ ਹੈ 8 ਪੌੜੀਆਂ ਵਾਲੀ ਰਚਨਾ, 8 ਪੌੜੀਆਂ ਵਾਲੇ ਸ਼ਬਦ, ਤੇ 16 ਤੋਂ ਭਾਵ 16 ਪੌੜੀਆਂ ਵਾਲੇ। ਹੁਣ ਉਹਨਾਂ ਮਾਰੋ 16 ਸ਼ਬਦਾਂ ਦੇ ਵਿੱਚ ਵਿਚਾਰ ਚੱਲ ਰਹੀ ਹੈ। ਪਿਛਲੇ 2 ਦਿਨਾਂ ਦੇ ਵਿੱਚ ਜੋ ਆਪ ਜੀ ਨੇ ਵਿਚਾਰ ਸਰਵਣ ਕੀਤੀ,
ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਕੁਝ ਦਾਰਸ਼ਨਿਕ ਬੰਦਿਆਂ ਨੇ ਸਵਾਲ ਕੀਤਾ। ਸਵਾਲ ਬਹੁਤ ਡੂੰਘਾ ਸੀ। ਸਵਾਲ ਇਹ ਸੀ, ਜਦੋਂ ਸੰਸਾਰ ਨਹੀਂ ਸੀ ਬਣਿਆ, ਉਸ ਵੇਲੇ ਦਾ ਮਾਹੌਲ, ਉਸ ਵੇਲੇ ਦਾ ਵਾਤਾਵਰਨ, ਉਸ ਸਮੇਂ ਦੇ ਹਾਲਾਤ ਕਿਹੋ ਜਿਹੇ ਸਨ। ਤਾਂ ਹਜੂਰ ਨੇ ਇਹਦਾ ਬਹੁਤ ਸੋਹਣਾ ਜਵਾਬ ਦਿੱਤਾ ਹੈ। ਅਰਬਦ ਨਰਬਦ ਧੁੰਦੂ ਕਰ, ਧਰਨ ਨ ਗਗਨਾ ਹੁਕਮ ਅਪਾਰ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਗਾ। ਤੇ ਫਿਰ ਉਸ ਵੇਲੇ ਕੁਝ ਵੀ ਨਹੀਂ ਸੀ। ਬੜੀ ਵੱਡੀ ਲਿਸਟ ਗੁਰੂ ਮਹਾਰਾਜ ਨੇ ਪਿਛਲੇ ਸ਼ਬਦ ਵਿੱਚ ਬਿਆਨ ਕੀਤੀ। ਫਿਰ ਪਿਛਲੇ ਸ਼ਬਦ ਵਿੱਚ ਹੀ ਗੁਰੂ ਮਹਾਰਾਜ ਨੇ ਇਹ ਵੀ ਦਰਸਾ ਦਿੱਤਾ, ਜਾ ਤਿਸ ਭਾਣਾ ਤਾਂ ਜਗ ਤੋਂ ਪਾਇਆ, ਬਾਝ ਕਲਾ ਆਡਾਨ ਰਹਾਇਆ। ਫਿਰ ਜਦੋਂ ਵਾਹਿਗੁਰੂ ਨੂੰ ਚੰਗਾ ਲੱਗਿਆ, ਉਹਨੇ ਸੰਸਾਰ ਪੈਦਾ ਕਰ ਦਿੱਤਾ। ਬਿਨਾਂ ਬਾਹਰੀ ਸ਼ਕਤੀ ਤੋਂ ਸਾਰਾ ਸੰਸਾਰ ਨਿਰਾਧਾਰ ਟਿਕਾ ਦਿੱਤਾ। ਹੁਣ ਜਿੰਨੀਆਂ ਧਰਤੀਆਂ ਨੇ, ਜਿੰਨੇ ਗ੍ਰਹਿ ਨੇ ਗਰਦਸ਼ ਵਿੱਚ ਨੇ, ਉਹਨਾਂ ਦੇ ਥੱਲੇ ਠੋਸ ਸਹਾਰਾ ਕੋਈ ਨਹੀਂ। ਅਕਾਲ ਪੁਰਖ ਵਾਹਿਗੁਰੂ ਦੀ ਚੇਤਨ ਸੱਤਾ ਦੇ ਆਸਰੇ ਸਾਰੇ ਖਲੋਤੇ ਨੇ। ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏਂਦਾ। ਤੇ ਹੁਣ ਅਗਲੇ ਸ਼ਬਦ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ, ਜਦੋਂ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਪੈਦਾ ਕੀਤਾ ਤੇ ਉਸ ਵੇਲੇ ਉਹ ਆਪ ਕਿੱਥੇ ਰਹਿੰਦਾ ਸੀ? ਪਹਿਲਾਂ ਤਾਂ ਸੁਨ ਸਮਾਧੀ ਵਿੱਚ ਉਹ ਲੀਨ ਸੀ, ਜਦੋਂ ਕੁਝ ਵੀ ਨਹੀਂ ਸੀ, ਸੁਨ ਸਮਾਧ ਸਮਾਏਂਦਾ। ਪਰ ਜਦੋਂ ਉਸਨੇ ਸੰਸਾਰ ਪੈਦਾ ਕੀਤਾ, ਫਿਰ ਉਹ ਕਿੱਥੇ ਰਹਿੰਦਾ ਹੈ? ਇਹਦੇ ਬਾਰੇ ਦੱਸੋ। ਤਾਂ ਹਜੂਰ ਅਗਲੇ ਸ਼ਬਦ ਵਿੱਚ ਜੋ ਕੁਝ ਬਿਆਨ ਕਰਦੇ ਨੇ, ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਆਪੇ ਆਪ ਉਪਾਇ ਨਿਰਾਲਾ, ਸਾਚਾ ਥਾਨ ਕੀਓ ਦਇਆਲਾ। ਮਾਰੂ ਰਾਗ ਵਿੱਚ ਮਹੱਲਾ ਪਹਿਲਾ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਆਪੇ ਆਪ ਉਪਾਇ ਨਿਰਾਲਾ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਆਪ ਤੋਂ ਸੰਸਾਰ ਪੈਦਾ ਕੀਤਾ, ਆਪਣੇ ਆਪ ਤੋਂ, ਤੇ ਫਿਰ ਨਿਰਾਲਾ ਉਹ ਇਸ ਤੋਂ ਨਿਰਲੇਪ ਹੋ ਕੇ ਰਿਹਾ। ਸੰਸਾਰ ਤੇ ਉਸਨੇ ਬਣਾ ਦਿੱਤਾ। ਕਿਵੇਂ ਬਣਾਇਆ, ਉਹਦੇ ਬਾਰੇ ਜਪਜੀ ਸਾਹਿਬ ਬਾਣੀ ਵਿੱਚ ਗੁਰੂ ਮਹਾਰਾਜ ਨੇ ਸਪਸ਼ਟ ਕੀਤਾ। ਕੀਤਾ ਪਸਾਓ ਏਕੋ ਕੁਵਾਓ, ਤਿਸ ਤੇ ਹੋਏ ਲੱਖ ਦਰਿਆ। ਕੀਤਾ ਪਸਾਓ ਏਕੋ ਕੁਵਾਓ, ਜਿਹੜਾ ਕੁਵਾਓ ਸ਼ਬਦ ਹੈ ਨਾ, ਇਹਦਾ ਅਰਥ ਹੈ, ਕੁਵਾਓ ਦਾ ਅਰਥ ਹੈ ਬਚਨ, ਸ਼ਬਦ, ਬੋਲ। ਇਹ ਕੁਵਾਓ ਦੇ ਅਰਥ ਹੈ। ਹੁਣ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਵੀ ਉਹ ਕਿਹੜਾ ਸ਼ਬਦ ਸੀ ਜਿੱਥੋਂ ਸੰਸਾਰ ਬਣਿਆ। ਹਜ਼ੂਰ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਬਾਣੀ ਸਾਡਾ ਗੁਰੂ ਹੈ ਨਾ, ਇਹਦੇ ਵਿੱਚ ਹਰ ਸਵਾਲ ਦਾ ਜਵਾਬ ਹੈ। ਹਜ਼ੂਰ ਕਹਿੰਦੇ ਉਹ ਕਿਹੜਾ ਸ਼ਬਦ ਜਿੱਥੋਂ ਸੰਸਾਰ ਬਣਿਆ। ਸਾਹਿਬਾਂ ਦੇ ਬਚਨ ਨੇ, ਓੰਕਾਰ ਉਤਪਾਤੀ, ਓੰਕਾਰ ਸ਼ਬਦ ਸੀ।
ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਵਾਣ ਤ੍ਰਿਣ ਤ੍ਰੇ ਭਵਨ ਪਾਣੀ, ਚਾਰ ਵੇਦ ਚਾਰੇ ਖਾਣੀ। ਖੰਡ ਦੀਪ ਸਭ ਲੋਆ, ਏਕ ਕਵਾਵੈ ਤੇ ਸਭ ਹੋਆ। ਓੰਕਾਰ ਸ਼ਬਦ ਉਚਾਰਨ ਕਰਕੇ ਉਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਤੇ ਫਿਰ ਆਪ ਉਸ ਤੋਂ ਨਿਰਾਲਾ ਵੱਖਰਾ ਹੋ ਕੇ ਰਿਹਾ। ਉਹ ਕਿੱਥੇ ਰਹਿੰਦਾ ਹੈ ਵਾਹਿਗੁਰੂ? ਸਾਚਾ ਥਾਨ ਕੀਓ ਦਇਆਲਾ। ਉਹ ਵਾਹਿਗੁਰੂ ਦਇਆ ਦਾ ਘਰ ਹੈ, ਦਇਆ ਦਾ ਸੋਮਾ ਹੈ। ਉਹਨੇ ਆਪਣੇ ਰਹਿਣ ਦੇ ਲਈ ਸਾਚਾ ਥਾਨ ਕੀਓ, ਇੱਕ ਸੱਚਾ ਅਸਥਾਨ, ਜਿਹਨੂੰ ਆਪਾਂ ਸੱਚਖੰਡ ਕਹਿ ਸਕਦੇ ਹਾਂ। ਕਿਉਂ? ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਬਾਣੀ ਵਿੱਚ ਇਹ ਨਾਮ ਆਪ ਲਿਖਿਆ ਹੋਇਆ, ਸੱਚਖੰਡ ਵਸੈ ਨਿਰੰਕਾਰ। ਉਹ ਸੱਚਾ ਘਰ ਸੱਚਖੰਡ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਰਹਿਣ ਲਈ ਬਣਾ ਲਿਆ। ਸੰਸਾਰ ਪੈਦਾ ਕਰਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਰਹਿਣ ਲਈ ਇੱਕ ਸੱਚਾ ਘਰ ਸੱਚਖੰਡ ਅਸਥਾਨ ਬਣਾ ਲਿਆ। ਗਰੀਬ ਨਿਵਾਜ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਪੌਣ ਪਾਣੀ ਅਗਨੀ ਕਾ ਬੰਧਨ, ਕਾਇਆ ਕੋਟ ਰਚਾਇਂਦਾ। ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਨੂੰ ਪੈਦਾ ਕਰਕੇ ਆਪਣੇ ਰਹਿਣ ਲਈ ਸੱਚਖੰਡ ਅਸਥਾਨ ਬਣਾਇਆ ਹੈ। ਫਿਰ ਇਸ ਦੇ ਨਾਲ ਨਾਲ ਸਾਡੇ ਸਰੀਰ ਦੀ ਰਚਨਾ ਕਿਵੇਂ ਕੀਤੀ? ਪੌਣ ਪਾਣੀ ਅਗਨੀ ਕਾ ਬੰਧਨ। ਪੌਣ ਹਵਾ, ਪਾਣੀ, ਜਲ ਤੇ ਅੱਗ, ਇਹ ਤਿੰਨ ਤੱਤ ਨੇ। ਇਹਨਾਂ ਤਿੰਨਾਂ ਤੱਤਾਂ ਨੂੰ ਬੰਧਨ ਦਾ ਅਰਥ ਹੈ ਜੋੜ ਕੇ। ਪੌਣ ਪਾਣੀ ਅਗਨੀ ਦਾ ਮੇਲ ਕਰਕੇ ਕਾਇਆ ਕੋਟ ਰਚਾਇਂਦਾ। ਉਸ ਵਾਹਿਗੁਰੂ ਨੇ ਸਾਡੇ ਸਰੀਰ ਰੂਪੀ ਕਿਲੇ ਨੂੰ ਬਣਾ ਦਿੱਤਾ। ਸੰਸਾਰ ਕਿਵੇਂ ਬਣਿਆ? ਪਾਂਚ ਤਤ ਕੋ ਤਨ ਰਚਿਓ, ਜਾਨਹੁ ਚਤਰ ਸੁਜਾਨ। ਇਹ ਪੰਜ ਤੱਤਾਂ ਤੋਂ ਸੰਸਾਰ ਬਣਿਆ। ਧਰਤੀ ਤੇ ਸਾਡੇ ਜੀਵਨ ਦਾ ਆਧਾਰ ਹੈ ਹੀ, ਤੇ ਆਕਾਸ਼ ਵੀ ਹਮੇਸ਼ਾ ਲਈ ਸਾਡੇ ਅੰਦਰ ਬਾਹਰ ਸਰਵ ਵਿਆਪਕ ਹੈ। ਪੌਣ ਪਾਣੀ ਅਗਨੀ, ਇਹ ਤਿੰਨ ਮੁੱਖ ਤੱਤ ਨੇ ਜਿਨ੍ਹਾਂ ਤੋਂ ਸਾਡਾ ਸਰੀਰ ਬਣਦਾ ਤੇ ਚੱਲ ਰਿਹਾ ਹੈ। ਪੌਣ ਪਾਣੀ ਅਗਨੀ ਦਾ ਸੁਮੇਲ ਕਰਕੇ ਤੇ ਉਸ ਵਾਹਿਗੁਰੂ ਨੇ ਸਾਡੇ ਸਰੀਰ ਨੂੰ ਇੱਕ ਕਿਲੇ ਵਾਂਗ ਬਣਾ ਦਿੱਤਾ। ਨੌ ਕਰ ਥਾਪੇ ਥਾਪਣ ਹਾਰੈ, ਦਸਵੇਂ ਵਾਸਾ ਅਲਖ ਅਪਾਰੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਰੂਪੀ ਕਿਲੇ ਦੇ ਵਿੱਚ 9 ਘਰ ਥਾਪੇ, 9 ਘਰ ਵੀ ਬਣਾ ਦਿੱਤੇ। 9 ਘਰ ਕਿਹੜੇ ਨੇ? ਜਰਾ ਖਿਆਲ ਕਰੋ, ਸਾਡਾ ਸਰੀਰ ਕਿਲਾ ਹੈ, ਕਾਇਆ ਕੋਟ ਰਚਾਇਂਦਾ। 9 ਘਰ ਜਿਹੜੀਆਂ 9 ਗੋਲਕਾਂ ਨੇ, 10 ਇੰਦਰੀਆਂ ਨੇ, 9 ਗੋਲਕਾਂ ਨੇ। 2 ਅੱਖਾਂ ਨੇ, 2 ਕੰਨ ਨੇ, 2 ਨਾਸਕਾਂ ਨੇ, ਤੇ ਬਾਕੀ ਜਿਹੜੇ ਮਲ ਮੂਤਰ ਅਨੈਨ ਕਿਰਿਆ ਕਰਨ ਵਾਲੇ ਸਾਡੇ ਕਰਮ ਇੰਦਰੀਏ ਨੇ। ਇਹ 9 ਘਰ ਉਸ ਵਾਹਿਗੁਰੂ ਪਰਮੇਸ਼ਰ ਜੋ ਥਾਪਣ ਵਾਲਾ, ਸਰੀਰ ਰੂਪੀ ਕਿਲੇ ਨੂੰ ਬਣਾਉਣ ਵਾਲਾ ਹੈ, ਉਸਨੇ ਇਹਦੇ ਅੰਦਰ ਇਹ 9 ਘਰ 9 ਗੋਲਕਾਂ ਬਣਾ ਦਿੱਤੀਆਂ। 10ਵਾਂ ਵਾਸਾ ਅਲਖ ਅਪਾਰੈ। ਫਿਰ ਸਾਡੇ ਸਰੀਰ ਦੇ ਅੰਦਰ ਹੀ ਉਸ ਵਾਹਿਗੁਰੂ ਪਰਮੇਸ਼ਰ ਨੇ 10ਵਾਂ ਦੁਆਰ ਬਣਾਇਆ, ਤੇ ਉਸ 10ਵੇਂ ਦੁਆਰ ਦੇ ਵਿੱਚ ਅਲਖ ਤੇ ਅਪਾਰ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਵਾਸਾ ਕੀਤਾ। 9 ਗੋਲਕਾਂ ਤੋਂ 10ਵਾਂ ਦੁਆਰ ਵੱਖਰਾ ਹੈ। ਆਪਾਂ ਆਨੰਦ ਸਾਹਿਬ ਬਾਣੀ ਪੜ੍ਹਦੇ ਹਾਂ ਨਾ, ਉਸ ਆਨੰਦ ਸਾਹਿਬ ਬਾਣੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਨੇ ਬਹੁਤ ਸੋਹਣਾ ਨਿਰਣਾ ਕੀਤਾ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ 9 ਦੁਆਰਾ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 10ਵਾਂ ਦੁਆਰ ਗੁਪਤ ਰੱਖਿਆ ਹੋਇਆ। ਇੱਕ ਯੋਗੀਆਂ ਦਾ ਵੀ 10ਵਾਂ ਦੁਆਰ ਹੈ, ਪਰ ਜਿਹੜਾ ਗੁਰਮਤਿ ਦਾ 10ਵਾਂ ਦੁਆਰ ਹੈ, ਉਹ ਯੋਗੀਆਂ ਦੇ 10ਵੇਂ ਦੁਆਰ ਦੇ ਨਾਲੋਂ ਵੱਖਰਾ ਸਮਝਣਾ।
ਗੁਰਮਤਿ ਦਾ 10ਵਾਂ ਦੁਆਰ ਉਹ ਅਸਥਾਨ ਹੈ ਜਿਸ ਨੂੰ ਸਹਿਜ ਪਦ ਦਾ ਨਾਮ ਦਿੱਤਾ ਹੈ। ਰਾਜਗੁਣ, ਤਮਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿਨਹੀ ਪਰਮ ਪਦ ਪਾਇਆ। ਚੌਥਾ ਪਦ, ਤੁਰੀਆ ਪਦ, ਸਹਿਜ ਪਦ, ਆਤਮਕ ਮੰਡਲ ਉਸ ਨੂੰ ਆਖਿਆ ਜਾਂਦਾ। ਇਹ ਹੈ ਸਾਡੇ ਸਿੱਖਾਂ ਦਾ 10ਵਾਂ ਦੁਆਰ। ਉਹ ਵਾਹਿਗੁਰੂ ਨੇ ਆਪਣੇ ਰਹਿਣ ਦੇ ਲਈ ਸਾਡੇ ਸਰੀਰ ਵਿੱਚ ਬਣਾਏ। ਦਿਲ ਮੈਂ ਖੋਜ ਦਿਲੈ ਦਿਲ ਖੋਜਹੁ, ਇਹੀ ਠੌਰ ਮੁਕਾਮ। ਰੱਬ ਨੂੰ ਬਾਹਰ ਨਾ ਭਾਲੋ, ਉਹ ਸਾਡੇ ਅੰਦਰ ਵਸ ਰਿਹਾ। ਹਾਜ਼ੂਰ ਕਹਿੰਦੇ ਨੇ 10ਵੇਂ ਵਾਸਾ ਲੱਖ ਅਪਾਰੇ। ਸਾਇਰ ਸਪਤ ਭਰੇ ਜਲ ਨਿਰਮਲ, ਗੁਰਮੁਖ ਮੈਲ ਨਾ ਲਾਇਂਦਾ। ਸਾਇਰ ਸਪਤ, ਸਾਇਰ ਦਾ ਅਰਥ ਹੈ ਸਮੁੰਦਰ, ਸਪਤ ਦਾ ਅਰਥ ਹੈ ਸਤ। ਇਹ ਗਿਣਤੀ ਵਾਚਕ ਸ਼ਬਦ ਹੈ। ਸੱਤ ਸਮੁੰਦਰ ਬੜੇ ਨਿਰਮਲ ਜਲ ਦੇ ਨਾਲ ਭਰੇ ਹੋਏ। 7 ਸਰੋਵਰ ਕਿਹੜੇ ਨੇ? ਸਾਡੇ ਸਰੀਰ ਰੂਪੀ ਕਿਲੇ ਦੇ ਵਿੱਚ। ਇਹਦੇ ਬਾਰੇ ਮਹਾਂਪੁਰਖ ਵਿਦਵਾਨ ਸੱਜਣ 5 ਗਿਆਨ ਇੰਦਰੀਏ, ਮਨ ਤੇ ਬੁੱਧ, ਇਹਨਾਂ ਨੂੰ 7 ਸਮੁੰਦਰ ਆਖਦੇ ਨੇ। ਸਾਇਰ ਸਪਤ ਭਲੇ ਜਰ ਨਿਰਮਲ, ਜਿਹੜੇ ਗੁਰਮੁਖਾਂ ਦੇ 7 ਸਮੁੰਦਰ ਨੇ, 5 ਗਿਆਨ ਇੰਦਰੀਏ, ਮਨ ਤੇ ਬੁੱਧ, ਇਹ ਨਿਰਮਲ ਜਲ ਦੇ ਨਾਲ ਭਰੇ ਰਹਿੰਦੇ ਨੇ। ਨਿਰਮਲ ਜਲ ਕਿਹੜਾ ਹੈ? ਨਿਰਮਲ ਉਦਕ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ। ਪਰਮੇਸ਼ਰ ਦਾ ਨਾਮ ਨਿਰਮਲ ਜਲ ਹੈ। ਗੁਰਮੁਖਾਂ ਦੇ 5 ਗਿਆਨ ਇੰਦਰੀਏ, ਮਨ ਤੇ ਬੁੱਧ, ਇਹ 7 ਸਰੋਵਰ ਨਾਮ ਦੇ ਨਿਰਮਲ ਜਲ ਦੇ ਨਾਲ ਭਰੇ ਰਹਿੰਦੇ ਨੇ। ਗੁਰਮੁਖ ਮੈਲ ਨਾ ਲਾਏਂਦਾ, ਉਹ ਗੁਰਮੁਖ ਜਿਨ੍ਹਾਂ ਦੇ 5 ਗਿਆਨ ਇੰਦਰੀਏ, ਮਨ ਤੇ ਬੁੱਧ ਨਾਮ ਦੇ ਨਿਰਮਲ ਜਲ ਦੇ ਨਾਲ ਭਰੇ ਹੁੰਦੇ ਨੇ, ਫਿਰ ਉਹਨਾਂ ਨੂੰ ਕਦੀ ਮੈਲ ਨਹੀਂ ਲੱਗ ਸਕਦੀ। ਹਉਮੈ ਦੀ ਮੈਲ, ਵਿਕਾਰਾਂ ਦੀ ਮੈਲ, ਮਾਇਆ ਦੇ ਮੋਹ ਦੀ ਮੈਲ, ਇਹ ਉਹਨਾਂ ਨੂੰ ਨਹੀਂ ਲੱਗ ਸਕਦੀ ਜਿਨ੍ਹਾਂ ਦੇ 7 ਸਰੋਵਰ ਨਿਰਮਲ ਨਾਮ ਜਲ ਦੇ ਨਾਲ ਭਰ ਜਾਂਦੇ ਨੇ। ਰਬ ਸਸ ਦੀਪਕ ਜੋਤ ਸਬਾਈ, ਆਪੇ ਕਰ ਵੇਖੈ ਵਡਿਆਈ। ਦੀਵਾਲੀ ਦਾ ਤਿਉਹਾਰ ਵੀ ਆ ਰਿਹਾ, ਪਰ ਸਤਿਗੁਰੂ ਕਹਿੰਦੇ ਨੇ ਰਬ ਸਸ ਦੀਪਕ ਜੋਤ ਸਬਾਈ। ਸੂਰਜ ਤੇ ਚੰਦਰਮਾ ਇਹ ਵਾਹਿਗੁਰੂ ਨੇ 2 ਦੀਵੇ ਬਣਾ ਦਿੱਤੇ ਨੇ, ਜਿਨ੍ਹਾਂ ਦੀ ਜੋਤ ਸਬਾਈ ਸਾਰੀ ਧਰਤੀ ਤੇ ਕੁੱਲ ਸ੍ਰਿਸ਼ਟੀ ਵਿੱਚ ਖਿਲਰੀ ਹੋਈ ਹੈ। ਸੂਰਜ ਤੇ ਚੰਦਰਮਾ ਦੀ ਰੋਸ਼ਨੀ ਸਾਰੇ ਸੰਸਾਰ ਦੇ ਵਿੱਚ ਫੈਲ ਰਹੀ ਹੈ। ਆਪੇ ਕਰ ਵੇਖਿਆ ਵਡਿਆਈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਸੂਰਜ ਤੇ ਚੰਦਰਮਾ ਨੂੰ ਪੈਦਾ ਕਰਕੇ ਵੇਖ ਰਿਹਾ ਹੈ ਸਾਰਿਆਂ ਨੂੰ, ਤੇ ਵਡਿਆਈ ਇਹਦੇ ਵਿੱਚ ਹੀ ਉਹਦੀ ਵੱਡੀ ਵਡਿਆਈ ਹੈ। ਆਪੇ ਕਰ ਵੇਖਿਆ ਵਡਿਆਈ, ਅਥਵਾ ਉਸ ਵਾਹਿਗੁਰੂ ਪਰਮੇਸ਼ਰ ਦੀ ਇਹੀ ਤਾਰੀਫ ਹੈ, ਇਹੀ ਵਡਿਆਈ ਹੈ, ਇਹੀ ਸਿਫਤ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਸੂਰਜ ਤੇ ਚੰਦਰਮਾ ਨੂੰ ਪੈਦਾ ਕਰਕੇ ਤੇ ਇਹਨਾਂ ਨੂੰ ਕਹਿੰਦਾ, ਭਾਈ ਤੁਸੀਂ ਦੁਨੀਆ ਨੂੰ ਰੋਸ਼ਨੀ ਵੰਡਣੀ ਹੈ। ਇਹ ਸਭ ਕੁਝ ਵੇਖ ਰਿਹਾ ਹੈ। ਸੂਰਜ ਤੇ ਚੰਦਰਮਾ ਸਭ ਵਾਹਿਗੁਰੂ ਦੇ ਹੁਕਮ ਦੇ ਵਿੱਚ ਭਾਣੇ ਵਿੱਚ ਚੱਲ ਰਹੇ ਨੇ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਉਹ ਕਰੋੜੀ ਚਲਤ ਨਾ ਅੰਤ। ਇਸੇ ਲਈ ਹਜ਼ੂਰ ਕਹਿੰਦੇ ਇਹ ਵਾਹਿਗੁਰੂ ਦੀ ਮੌਜ ਹੈ। ਜੋਤ ਸਰੂਪ ਸਦਾ ਸੁਖ ਦਾਤਾ, ਸੱਚੇ ਸੋਭਾ ਪਾਇਂਦਾ। ਉਹ ਅਕਾਲ ਪੁਰਖ ਵਾਹਿਗੁਰੂ ਜੋਤ ਸਰੂਪ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਹੈ। ਕਲਗੀਧਰ ਪਾਤਸ਼ਾਹ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਗਤ ਜੋਤ ਆਖਿਆ। ਜਦੋਂ ਖਾਲਸੇ ਦੀ ਮਹਿਮਾ ਕੀਤੀ, ਹਜ਼ੂਰ ਕਹਿੰਦੇ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨਾ।
ਅਖੀਰਲੀ ਪੰਕਤੀ ਵਿੱਚ ਜਾ ਕੇ ਹਜ਼ੂਰ ਲਿਖਦੇ ਨੇ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਅਸਲੀ ਦੀਵਾਲੀ ਖਾਲਸੇ ਦੀ ਇਹੀ ਹੈ ਵੀ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਪ੍ਰਗਟ ਹੋ ਜਾਵੇ। ਉਹ ਵਾਹਿਗੁਰੂ ਜੋਤ ਸਰੂਪ ਹੈ ਤੇ ਸਦਾ ਸੁੱਖਾਂ ਦਾ ਦਾਤਾ ਹੈ। ਸੱਚੇ ਸੋਭਾ ਪਾਏਂਦਾ, ਤੇ ਜਿਹੜਾ ਪਾਈ ਸੱਚੇ ਨਾਲ ਜੁੜ ਜਾਂਦਾ ਹੈ, ਸੋਭਾ ਪਾਏਂਦਾ ਉਹਦੀ ਲੋਕ ਤੇ ਪ੍ਰਲੋਕ ਵਿੱਚ ਸੋਭਾ ਹੁੰਦੀ ਹੈ। ਉਹ ਜਿੱਥੇ ਜਾਂਦਾ ਹੈ, ਰੇ ਰੇ ਦਰਗਹ ਹੈ, ਕਹਿ ਨਾ ਕੋ ਆਓ ਬੈਠ ਆਦਰ ਸ਼ੁਭ ਦਿਓ। ਉਹਦੀ ਸਾਰੇ ਥਾਵਾਂ ਤੇ ਜੈ ਜੈਕਾਰ ਹੀ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੜ ਮਹਿ ਹਾਟ ਪਟਨ ਬਾਜਾਰਾ, ਪੂਰਾ ਤੋਲ ਤੋਲੇ ਵਣਜਾਰਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸਰੀਰ ਕਿਲਾ ਹੈ। ਗੜ ਦਾ ਅਰਥ ਵੀ ਕਿਲਾ ਹੀ ਹੈ, ਕੋਟ ਦਾ ਅਰਥ ਵੀ ਕਿਲਾ ਹੀ ਸੀ। ਇਸ ਕਿਲੇ ਦੇ ਵਿੱਚ ਹੋਰ ਕੀ ਹੈ? ਹਾਟ ਤੋਂ ਭਾਵ ਹੈ ਹਟੀਆਂ, ਦੁਕਾਨਾਂ ਨੇ। ਪਟਨ ਤੋਂ ਭਾਵ ਇਹਦੇ ਵਿੱਚ ਸ਼ਹਿਰ ਵੀ ਬਣੇ ਹੋਏ ਨੇ, ਤੇ ਇਹਦੇ ਵਿੱਚ ਵਪਾਰ ਹੋ ਰਿਹਾ। ਇਹਦੇ ਵਿੱਚ ਸਰੀਰ ਰੂਪੀ ਕਿਲੇ ਦੇ ਵਿੱਚ ਆ ਜਿਹੜੇ ਸਾਡੇ 10 ਇੰਦਰੀਏ ਨੇ, ਇਹ ਹੱਟਾਂ ਨੇ, ਦੁਕਾਨਾਂ ਨੇ। ਤੇ ਪਟਨ ਤੋਂ ਭਾਵ ਜਿਹੜਾ ਸਾਡਾ ਅੰਤःਕਰਨ ਹੈ, ਮਨ ਬੁੱਧ ਚਿੱਤ ਹੰਕਾਰ, ਇਹ ਬਾਜ਼ਾਰ ਨੇ। ਇਹਨਾਂ ਵਿੱਚ ਵਪਾਰ ਹੋ ਰਿਹਾ। ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਪੂਰਾ ਤੋਲ ਤੋਲਾ ਵਣਜਾਰਾ। ਪਰ ਜਿਹੜਾ ਨਾਮ ਦਾ ਵਪਾਰੀ ਹੈ, ਉਹ ਇਸ ਸਰੀਰ ਰੂਪੀ ਕਿਲੇ ਦੇ ਵਿੱਚ ਦੁਕਾਨਾਂ ਵੀ ਨੇ ਤੇ ਸ਼ਹਿਰ ਵੀ ਨੇ, ਵਪਾਰ ਹੋ ਰਿਹਾ। ਤੇ ਜਿਹੜਾ ਧਰਮੀ ਜੀਵ ਹੈ, ਉਹ ਨਾਮ ਦਾ ਵਪਾਰੀ ਹੋ ਕੇ ਪੂਰਾ ਤੋਲਦਾ। ਭਾਵ ਉਹ ਆਪਣੇ ਜੀਵਨ ਕਾਲ ਦੇ ਅੰਦਰ ਵਧੀਆ ਚੀਜ਼ਾਂ ਦਾ ਸੌਦਾ ਕਰਦਾ। ਆਪੇ ਰਤਨ ਵਸਾਹੇ ਲੀਵੈ, ਆਪੇ ਕੀਮਤ ਪਾਇੰਦਾ। ਆਪੇ ਰਤਨ ਵਸਾਹੇ ਲੀਵੈ। ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਹ ਨਾਮ ਦਾ ਵਣਜਾਰਾ, ਨਾਮ ਦਾ ਵਪਾਰੀ, ਆਪ ਹੀ ਉਹ ਰਤਨ ਖਰੀਦ ਲੈਂਦਾ। ਰਤਨ ਤੋਂ ਭਾਵ ਕੀ ਹੈ? ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰੇ ਮੱਥ, ਨਾਮ ਹੀ ਰਤਨ ਹੈ। ਸੁਖਮਨੀ ਸਾਹਿਬ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਤਾਂ ਇਹੀ ਬਚਨ ਕਹੇ ਨੇ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੀ ਸਰਬ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਹ ਅਮੋਲਕ ਰਤਨ ਹੈ। ਆਪੇ ਰਤਨ ਵਸਾਹੇ ਲੇਵੇ। ਜਿਹੜਾ ਧਰਮੀ ਮਰ ਜੀਵੜਾ ਹੈ, ਉਹ ਇਸ ਨਾਮ ਰੂਪੀ ਰਤਨ ਨੂੰ ਖਰੀਦ ਕੇ ਲੇਵੈ, ਪ੍ਰਾਪਤ ਕਰ ਲੈਂਦਾ। ਆਪੇ ਕੀਮਤ ਪਾਇੰਦਾ। ਫਿਰ ਇਸ ਨਾਮ ਰੂਪੀ ਰਤਨ ਦੀ ਕੀਮਤ ਵੀ ਆਪ ਪਾਉਂਦਾ। ਇਹਦਾ ਮਤਲਬ ਇਹ ਹੈ, ਜਿਸ ਨੇ ਗੁਰਮਤਿ ਨਾਮ ਦੀ ਦਾਤ ਪ੍ਰਾਪਤ ਕਰਨੀ ਹੋਵੇ ਤੇ ਉਸ ਨੂੰ ਤਨ ਮਨ ਧਨ ਗੁਰੂ ਨੂੰ ਅਰਪਣ ਕਰਨਾ ਪੈਂਦਾ। ਤਨ ਮਨ ਧਨ ਸਭ ਸੌਂਪ ਗੁਰ ਕੋ। ਇਹ ਕੀਮਤ ਵੀ ਕੋਈ ਧਰਮੀ ਮਰ ਜੀਵੜਾ ਹੀ ਪਾਉਂਦਾ ਹੈ। ਕੀਮਤ ਪਾਈ ਪਾਵਨ ਹਾਰੈ, ਵੇ ਪ੍ਰਵਾਹ ਪੂਰੇ ਭੰਡਾਰੈ। ਕੀਮਤ ਪਾਈ ਪਾਵਨ ਹਾਰੈ। ਕਿਸੇ ਵਿਰਲੇ ਹੀ ਧਰਮੀ ਮਰ ਜੀਵੜੇ ਨੇ ਇਸ ਨਾਮ ਰੂਪੀ ਰਤਨ ਦੀ ਕੀਮਤ ਪਾਈ ਹੈ। ਵੇ ਪ੍ਰਵਾਹ ਪੂਰੇ ਭੰਡਾਰੈ। ਉਸ ਵੇ ਪ੍ਰਵਾਹ ਵਾਹਿਗੁਰੂ ਦੇ ਬੇਅੰਤ ਭੰਡਾਰ ਭਰੇ ਹੋਏ ਨੇ। ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ। ਉਸ ਬੇਪਰਵਾਹ ਪ੍ਰਭੂ ਦੇ ਬੇਅੰਤ ਭੰਡਾਰੇ ਭਰੇ ਹੋਏ ਨੇ।
ਨਾਮ ਦੇ, ਭਗਤੀ ਦੇ, ਸ਼ੁਭ ਗੁਣਾਂ ਦੇ, ਸਰਬ ਕਲਾ ਰੇ ਆਪੇ ਰਹਿਆ, ਗੁਰਮੁਖ ਸਹਿ 부ਝਾਇਂਦਾ। ਸਰਬ ਕਲਾ ਰੇ ਆਪੇ ਰਹਿਆ, ਸਾਰੀਆਂ ਕਲਾ ਸ਼ਕਤੀਆਂ ਨੂੰ ਲੈ ਕੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਮੌਜ ਵਿੱਚ ਟਿਕਿਆ ਹੋਇਆ ਹੈ। ਰਹਿਆ ਤੋਂ ਭਾਵ ਹੈ ਟਿਕਿਆ ਹੋਇਆ। ਉਹ ਸਾਰੀਆਂ ਸ਼ਕਤੀਆਂ ਨੂੰ ਸਮੇਟ ਕੇ ਆਪਣੇ ਅੰਦਰ ਸਮੋ ਕੇ ਉਹ ਆਪਣੀ ਮੌਜ ਵਿੱਚ, ਆਨੰਦ ਵਿੱਚ ਟਿਕਿਆ ਹੋਇਆ ਹੈ। ਗੁਰਮੁਖ ਕਿਸੇ 부ਝਾਇਂਦਾ, ਗੁਰੂ ਦੁਆਰਾ ਕਿਸੇ ਵਿਰਲੇ ਨੂੰ ਉਹ ਵਾਹਿਗੁਰੂ ਇਸ ਗੱਲ ਦੀ ਸੋਝੀ ਬਖਸ਼ਿਸ਼ ਕਰਦਾ ਵੀ ਉਹ ਵਾਹਿਗੁਰੂ ਸਾਰੀਆਂ ਸ਼ਕਤੀਆਂ ਦਾ ਮਾਲਕ ਹੋ ਕੇ ਜੋ ਸਾਡੇ ਅੰਦਰ ਹੀ ਬਿਰਾਜਮਾਨ ਹੋ ਰਿਹਾ ਹੈ। ਨਦਰ ਕਰੇ ਪੂਰਾ ਗੁਰ ਭੇਟੈ, ਜਮ ਜੰਦਾਰ ਨ ਮਾਰੈ ਫੇਟੈ। ਜਦੋਂ ਵਾਹਿਗੁਰੂ ਕਿਸੇ ਤੇ ਮਿਹਰ ਦੀ ਦ੍ਰਿਸ਼ਟੀ ਕਰਦਾ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਰ। ਫਿਰ ਕੀ ਹੁੰਦਾ? ਨਦਰ ਕਰੇ ਪੂਰਾ ਗੁਰ ਭੇਟੈ, ਜਦੋਂ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ ਫਿਰ ਉਸਨੂੰ ਪੂਰਾ ਗੁਰੂ ਮਿਲਦਾ। ਤੇ ਜਿਹਨੂੰ ਪੂਰਾ ਗੁਰੂ ਮਿਲ ਜਾਵੇ, ਜਮ ਜੰਦਾਰ ਨ ਮਾਰੈ ਫੇਟੈ। ਜਿਹੜਾ ਜਮ ਜੰਦਾਰ ਦਾ ਅਰਥ ਹੈ ਜਿੰਦ ਦਾ ਵੈਰੀ, ਜਾਨੀ ਦੁਸ਼ਮਣ। ਇਹ ਜਿਹੜਾ ਜਮ ਹੈ ਫਿਰ ਇਹ ਉਸ ਨੂੰ ਫੇਟ ਨਹੀਂ ਮਾਰ ਸਕਦਾ। ਫੇਟ ਤੋਂ ਭਾਵ ਹੈ ਕੋਈ ਧੱਕਾ, ਕਿਸੇ ਬੁਰੇ ਤਰੀਕੇ ਦੇ ਨਾਲ ਕਿਸੇ ਨੂੰ ਧੱਕਾ ਦੇਣਾ ਜਿਸ ਦੇ ਨਾਲ ਡਿੱਗ ਕੇ ਉਹਦੀ ਮੌਤ ਵੀ ਹੋ ਜਾਵੇ। ਜਿਹੜਾ ਜਮ ਜਿੰਦਾ ਵੈਰੀ ਹੈ ਉਹ ਉਹਨਾਂ ਨੂੰ ਫੇਟ ਨਹੀਂ ਮਾਰਦਾ। ਆ ਜਿਵੇਂ ਕਈ ਬਹੁਤ ਤੇਜ਼ ਗੱਡੀਆਂ ਚਲਾਉਂਦੇ ਨੇ, ਕਈ ਮੁਸਾਫਰਾਂ ਨੂੰ ਫੇਟ ਮਾਰ ਕੇ ਲੰਘ ਜਾਂਦੇ ਨੇ, ਚੋਟ ਮਾਰ ਕੇ, ਸੱਟ ਮਾਰ ਕੇ, ਸਾਈਡ ਮਾਰ ਕੇ ਲੰਘ ਜਾਂਦੇ ਨੇ, ਉਹਨੂੰ ਕਹਿੰਦੀ ਹੈ ਫੇਟ ਹੈ। ਜਿਹੜਾ ਜਮ ਜਿੰਦਾ ਵੈਰੀ ਹੈ ਉਹ ਉਹਨਾਂ ਨੂੰ ਧੱਕਾ ਨਹੀਂ ਮਾਰਦਾ। ਜਿਉਂ ਜਲ ਅੰਦਰ ਕਮਲ ਬਿਗਾਸੀ, ਆਪੇ ਬਿਗਸ ਧਿਆਇਂਦਾ। ਜਿਵੇਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਖਿੜਦਾ ਤੇ ਪਾਣੀ ਤੋਂ ਨਿਰਲੇਪ ਰਹਿੰਦਾ, ਆਪੇ ਬਿਗਸ ਧਿਆਇਂਦਾ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਫਿਰ ਉਹ ਗੁਰਮੁਖ ਪਿਆਰੇ ਵੀ ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਉਹ ਮੋਹ ਮਾਇਆ ਤੋਂ ਨਿਰਲੇਪ ਹੋ ਕੇ, ਤੇ ਬਿਗਾਸੀ ਦਾ ਅਰਥ ਹੈ ਪ੍ਰਸੰਨ ਰਹਿੰਦੇ ਨੇ। ਤੇ ਪ੍ਰਸੰਨ ਹੋ ਕੇ ਆਪੇ ਬਿਗਸ ਧਿਆਇਂਦਾ, ਉਹ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਹੋ ਕੇ ਹਮੇਸ਼ਾ ਲਈ ਯਾਦ ਕਰਦੇ ਰਹਿੰਦੇ ਨੇ। ਉਹਨਾਂ ਦਾ ਉਸ ਵਾਹਿਗੁਰੂ ਦੇ ਨਾਲ ਰੂਹਾਨੀ ਪਿਆਰ ਹੁੰਦਾ ਹੈ ਤੇ ਹਰ ਵੇਲੇ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਨ। ਸੋ ਇੱਥੇ ਆਪਾਂ ਹੁਣ ਸਮਾਪਤੀ ਕਰਦੇ ਹਾਂ। ਬਾਕੀ ਜੋ ਸ਼ਬਦ ਦੀ ਵਿਚਾਰ ਹੈ ਉਹ ਅਗਲੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਸਰਵਣ ਕਰੋਗੇ। ਕੱਲ ਨੂੰ ਬੰਦੀ ਛੋੜ ਦਿਹਾੜਾ ਹੈ, ਉਸ ਸੰਬੰਧ ਵਿੱਚ ਵੀ ਇਤਿਹਾਸ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਦਰ ਕਰੇ ਪੂਰਾ ਗੁਰ ਭੇਟੈ, ਜਮ ਜੰਦਾਰ ਨ ਮਾਰੈ ਫੇਟੈ। ਜਿਉ ਜਲ ਅੰਤਰ ਕਮਲ ਬਿਗਾਸੀ, ਆਪੇ ਬਿਗਸ ਧਿਆਇਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵਹੁ ਹਰੀ ਕੀਰਾ, ਮਨ ਜਿਨੀ ਵਸਾਇਆ।
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹਉ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹਉ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅੰਧ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੇ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।